सतनाम श्री वाहिगुरु साहिब जीओ। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। सब वडियाइयां हर नाम विच हर गुरमुख ध्याईऐ। जे वस्त मंगी है साई पाई है जे नाम चित लाई है। गोहज गल जी की कीजै सतगुरु पास तां सर्ब सुख पाईऐ। गुरपूरा हर उपदेश दे सब भुख लह जाइए। जिस पूरब होवै लिखिया सो हर गुण गाइए। सो हर गुण गाइए। ज्यों बुलावै त्यों बोलै स्वामी कुदरत कवण हमारी। साध संग नानक जस गायो जो प्रभ की अत प्यारी। सत्कारयोग सन्मानयोग साध संगत जी, वाहिगुरु जी का खालसा वाहिगुरु जी की फतेह। सतगुरु जी ने महान कृपा की है। साहिबे कमाल साहिब श्री गुरु गोबिंद सिंह जी महाराज कलगीधर सतगुरु सच्चे पातशाह जी की पावन उचारण की बाणी श्री जाप साहिब जी की लड़ीवार कथा आप रोजाना ही गुरु मेहर नाल सरवण कर रहे हो। सतगुरु ने कृपा की पिछली कथा 105 पौड़ी नंबर पौड़ी तक कथा हुई सी। सो उस तो अगे सतगुरु की मेहर कारण आपां विचार करते हाँ। सतगुरु जी 106 नंबर पौड़ी विच बख्शिश करते हैं। साहिबे कमाल श्री गुरु गोबिंद सिंह जी महाराज के जगतं कृति हैं कि वाहिगुरु तुसीं जगत नूं रचन वाले हो। तुहाडी किरत है जगत है जिहड़ा तुसीं जगत नूं रचन वाले हो। तुसीं सारी सृष्टि बनाई है रचना की है। अकाल पुरख की वडियाई कर रहे हैं कलगीधर पातशाह के छतरंग छतरी हैं। छतरी हुंदा सूरवीर जो मैदान विच लड़े बहादरी सहित लड़े। महाराज के छतरंग छतरी हैं। तुसीं सूरवीरां दे भी वड्डे सूरवीर हो। तुसीं बहुत वड्डे सूरवीर हो। जे साहिबजादे वड्डे बाबा अजीत सिंह बाबा जुंजार सिंह शहीद हुंदे हन चमकौर की गढ़ी विच, तुसीं उन्हां तों वड्डे हो। उन्हां नूं देख के जकारे छड्डदे हो। कलगीधर पातशाह तुसीं भी वड्डे हो। इस वास्ते अकाल पुरख नूं कहिंदे महाराज कि तुसीं सूरवीरां दे सूरवीर हो। तुहाडे च बड़ी सूरवीरता। तुसीं तां सूरवीर अगे पैदा करदे हो, छतरी अगे पैदा करदे। फिर कहिंदे कि ब्रह्मं स्वरूप है। तुहाडा स्वरूप सुंदरता दा मूल है। महाराज बहुत सुंदर हो तुसीं।
ਬ੍ਰਹਮੰ ਹੁੰਦਾ ਸੁੰਦਰਤਾ। ਕਿ ਅਨਪ ਅਨੂਪੈ, ਤੁਸੀਂ ਬੇਸ਼ਮਾਲ ਸਭ ਗਿਆਨ ਵਾਲੇ ਹੋ। ਤੁਹਾਡੇ ਕੋਲ ਬਹੁਤ ਜ਼ਿਆਦਾ ਗਿਆਨ ਦਾ ਖਜ਼ਾਨਾ ਹੈ, ਭੰਡਾਰ ਹੈ। ਤੁਸੀਂ ਤਾਂ ਜੇ ਕਿਸੇ ਤੇ ਰਾਈ ਦੇ ਦਾਣੇ ਜਿੰਨੀ ਮਾੜੀ ਜੀ ਵੀ ਕਿਰਪਾ ਕਰਦੇ ਉਹਨੂੰ ਗਿਆਨ ਬਖਸ਼ਦੇ ਹੋ। ਤੇ ਤੁਹਾਡੇ ਚਰਨਾਂ 'ਚ ਅਸੀਂ ਬੇਨਤੀ ਕਰਦੇ ਹਾਂ, ਤੁਸੀਂ ਇੰਨਾ ਗਿਆਨ ਦਿੰਦੇ ਹੋ। ਬਾਣੀ ਦੀ ਵਿਚਾਰ ਕਰਦੇ ਹਾਂ, ਹੋਰ ਵੱਖਰੇ ਵੱਖਰੇ ਗਿਆਨ ਹਨ। ਇਹ ਮਹਾਰਾਜ ਹੀ ਦਿੰਦੇ ਸਾਰਿਆਂ ਨੂੰ। ਤੇ ਤੁਹਾਡੇ ਕੋਲੇ ਕਿੰਨਾ ਗਿਆਨ ਹੋਏਗਾ ਮਹਾਰਾਜ। ਬੇਸ਼ਮਾਲ ਸਭ ਗਿਆਨ ਵਾਲੇ ਹੋ ਤੁਸੀਂ। ਫਿਰ ਕਹਿਣ ਲੱਗੇ ਕਿ ਆਦ ਅਦੇਵ ਹੈ। हे ਪ੍ਰਭੂ, ਤੁਸੀਂ ਸ਼ੁਰੂ ਤੋਂ ਹੀ ਹੋ, ਬਸ ਪ੍ਰਕਾਸ਼ ਰੂਪ ਹੋ। ਤੇਥੋਂ ਉੱਪਰ ਕੋਈ ਦੇਵਤਾ ਨਹੀਂ ਹੋਰ। ਤੁਸੀਂ ਦੇਵਤੇ ਬਣਾਉਂਦੇ ਹੋ। ਤੁਸੀਂ ਸਾਰਿਆਂ ਨੂੰ ਸਾਜ ਕੇ ਫਿਰ ਉਹਨੂੰ ਪ੍ਰਕਾਸ਼ ਦਿੰਦੇ ਹੋ, ਫਿਰ ਉਹਨੂੰ ਸ਼ਕਤੀ ਦਿੰਦੇ ਹੋ। ਉਸ ਵਿੱਚ ਤੁਸੀਂ ਸ਼ੁਰੂ ਤੋਂ ਹੀ ਦੇਵ ਰੂਪ ਹੋ, ਪ੍ਰਕਾਸ਼ ਰੂਪ ਹੋ, ਪਵਿੱਤਰ ਰੂਪ ਹੋ ਮਹਾਰਾਜ। ਕਿ ਆਪ ਅਭੇਵ ਹੈ, ਤੁਸੀਂ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੋਏ ਹੋ। ਤੁਹਾਡਾ ਭੇਦ ਨਹੀਂ ਕੋਈ ਜਾਣ ਸਕਦਾ ਕਿ ਤੁਸੀਂ ਕਿੱਡੇ ਹੋ, ਕਿੱਡੇ ਵੱਡੇ ਅਕਾਲ ਪੁਰਖ। 10 ਪਾਤਸ਼ਾਹੀਆਂ, 6 ਪਾਤਸ਼ਾਹੀਆਂ ਨੇ ਗੁਰੂ ਗ੍ਰੰਥ ਸਾਹਿਬ ਬਾਣੀ ਦਰਜ ਕੀਤੀ। ਹੋਰ ਗ੍ਰੰਥਾਂ ਵਿੱਚ ਵੀ ਹੋਰ ਸਰੂਪਾਂ ਦੇ ਬਚਨ ਆਏ, ਮਹਿਮਾ ਆਈ, ਸੂਰਜ ਪ੍ਰਕਾਸ਼ ਵਿੱਚ ਪੜ੍ਹਦੇ ਹਾਂ। ਤੇ ਸਤਿਗੁਰੂ ਜੀ ਨੇ ਇਹ ਕਿਹਾ, ਉਹ ਬੇਅੰਤ ਹੈ, ਉਹ ਬੇਅੰਤ ਹੈ, ਬੇਅੰਤ ਹੈ, ਇਹੀ ਕਿਹਾ। ਹੋਰ ਰੱਬ ਦੇ ਪਿਆਰੇ ਨਾਮ ਜਪਣ ਵਾਲੇ, ਸਿਮਰਨ ਵਾਲੇ, ਅਵਸਥਾ ਵਾਲੇ, ਉਹ ਕਹਿੰਦੇ ਬਹੁਤ ਵੱਡਾ, ਉਹ ਬੇਅੰਤ ਹੈ, ਉਹਦਾ ਭੇਦ ਨਹੀਂ ਕੋਈ ਪਾ ਸਕਦਾ। ਅਲੱਖ ਨਾ ਜਾਈ ਲਖਿਆ, ਤੁਹਾਨੂੰ ਲਖਿਆ ਨਹੀਂ ਜਾ ਸਕਦਾ। ਕਿ ਚਿਤਰੰ ਵਿਹੀਨੈ, ਤੁਸੀਂ ਚਿੱਤਰ ਤੋਂ ਬਿਨਾਂ ਹੋ, ਸਰੀਰ ਤੋਂ ਬਿਨਾਂ ਹੋ, ਫਿਰ ਚਿੱਤਰ ਤੋਂ ਬਿਨਾਂ ਹੋ। ਤੁਹਾਡੀ ਤਸਵੀਰ ਵੀ ਨਹੀਂ ਕੋਈ ਬਣਾ ਸਕਦਾ। ਉਹਦਾ ਕਲਪਤ ਬਣਾਈਆਂ, ਵਾਸਤਵ ਵਿੱਚ ਤੁਹਾਡੀ ਤਸਵੀਰ ਬਣਨੀ ਔਖੀ, ਨਹੀਂ ਬਣਾ ਸਕਦਾ ਕੋਈ। ਤੁਸੀਂ ਤਾਂ ਕਹਿ ਹੀ ਦਿੱਤਾ ਕਿ ਇੱਕ ਹੈ ਅਧੀਨੈ, ਤੁਸੀਂ ਇੱਕ ਆਪਣੇ ਹੀ ਅਧੀਨ ਸੰਸਾਰ ਨੂੰ ਰੱਖਿਆ ਹੋਇਆ ਹੈ। ਤੁਸੀਂ ਹੋਰ ਨਹੀਂ ਕਿਸੇ ਦੇ, ਤੁਸੀਂ ਨਹੀਂ ਅਧੀਨ ਕਿਸੇ ਦੇ। ਤੁਸੀਂ ਆਪਣੇ ਆਪ ਦੇ ਪ੍ਰਕਾਸ਼ ਹੋਣ ਕਰਕੇ ਆਪਣੇ ਆਪ ਵਿੱਚ ਹੀ ਪੂਰੇ ਹੋ। ਤੁਸੀਂ ਕਿਸੇ ਦੇ ਅਧੀਨ ਨਹੀਂ, ਸਾਰੇ ਤੁਹਾਡੇ ਅਧੀਨ ਹਨ। ਕਿ ਰੋਜ਼ੀ ਰਜਾਕੈ, ਤੁਸੀਂ ਸਾਰਿਆਂ ਨੂੰ ਰਿਜ਼ਕ ਦੇਣ ਵਾਲੇ ਹੋ। ਪਰਮੇਸ਼ਰ ਜੀ, ਤੁਸੀਂ ਸਭ ਨੂੰ ਰਿਜ਼ਕ ਦਿੰਦੇ। ਕੋਈ ਸੈਲ ਪੱਥਰ ਜੰਤੂ ਪਾਏ ਤਾਂ ਕਰ ਰਿਜ਼ਕ ਆਗਿਆ ਕਰ ਧਰਿਆ। ਸਾਰਿਆਂ ਨੂੰ ਪੱਥਰਾਂ 'ਚ ਰਿਜ਼ਕ ਦਿੰਦੇ, ਸਮੁੰਦਰ ਵਿੱਚ ਰਿਜ਼ਕ ਦਿੰਦੇ, ਆਕਾਸ਼ ਵਿੱਚ ਜੀਵ ਰਹਿ ਰਹੇ ਨੇ ਉਹਨਾਂ ਨੂੰ ਰਿਜ਼ਕ ਦਿੰਦੇ, ਸਾਰਿਆਂ ਨੂੰ ਰਿਜ਼ਕ ਦਿੰਦੇ। ਜਿਵੇਂ ਸੰਤ ਬਾਬਾ ਕਰਤਾਰ ਸਿੰਘ ਜੀ ਕਿਤੇ ਗਏ ਸੀ, ਉਦੋਂ ਪਾਕਿਸਤਾਨ ਨਹੀਂ ਸੀ ਬਣਿਆ, ਔਰ ਦੱਸਦੇ ਇੱਧਰ ਲਾਹੌਰ ਵੱਲ ਗਏ ਸੀ ਮਹਾਂਪੁਰਖ, ਤੇ ਉੱਥੇ ਤਵੇ ਪੱਥਰ ਦੇ ਬਣੇ ਪਏ ਸੀ। ਮਹਾਂਪੁਰਖਾਂ ਡਰਾਈਵਰ ਨੇ ਇੱਛਾ ਜ਼ਾਹਰ ਕੀਤੀ, ਉਹ ਤਵਾ ਲੈ ਲਿਆ। ਘਰ ਵਿੱਚ ਗਏ ਤੇ ਉਹ ਤਵੇ ਵਿੱਚੋਂ ਥੋੜ੍ਹੀ ਜਿਹੀ ਜਗ੍ਹਾ ਵਿਚਾਲਿਓਂ ਕੱਚੀ ਰਹੇ ਰੋਟੀ, ਜੋ ਰੋਟੀ ਪਕਾਵੇ ਬੀਬੀ। ਬਹੁਤ ਯਤਨ ਕੀਤਾ, ਉਹ ਉਹਨਾਂ ਥਾਂ ਸੇਕ ਨਾ ਲੱਗੇ। ਤੇ ਮਹਾਂਪੁਰਖਾਂ ਕੋਲ ਲਿਆਇਆ, ਕਹਿੰਦੇ ਮਹਾਰਾਜ ਬਾਬਾ ਜੀ, ਇਹ ਪਤਾ ਨਹੀਂ ਗੱਲ ਆ, ਇੰਨਾ ਥਾਂ ਕੱਚਾ ਰਹਿੰਦਾ ਰੋਟੀ ਦਾ। ਮਹਾਂਪੁਰਖਾਂ ਨੇ ਕਹਿੰਦੇ ਤੋੜਤਾ ਇਹਨੂੰ। ਜੋ ਤੋੜਿਆ ਉਹਦੇ ਵਿੱਚ ਕੀੜਾ, ਕੀੜੇ ਦੇ ਮੂੰਹ ਵਿੱਚ ਚੌਲ ਦਾ ਇੱਕ ਦਾਣਾ। ਮਹਾਂਪੁਰਖਾਂ ਨੇ ਉੱਥੇ ਪੰਗਤੀਆਂ ਪੜ੍ਹੀਆਂ, ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਰ ਜਿਕ ਆਗਿਆ ਕਰ ਧਰਿਆ। ਆ ਵੇਖ, ਪੱਥਰ ਵਿੱਚ ਕੀੜਾ, ਇਹਦੇ ਮੂੰਹ ਵਿੱਚ ਚੌਲ ਹੈ, ਇਹਨੂੰ ਵੀ ਦਿੰਦਾ, ਪੱਥਰਾਂ ਵਿੱਚ ਵੀ ਦਿੰਦਾ। ਬੰਦਾ ਅਸੀਂ ਘਬਰਾ ਜਾਂਦੇ ਹਾਂ, ਸਾਨੂੰ ਪਤਾ ਨਹੀਂ ਕਿੱਦਾਂ ਦਾ ਪ੍ਰਸ਼ਾਦਾ ਮਿਲਣਾ, ਕਿੱਦਾਂ ਦਾ ਨਹੀਂ ਮਿਲਣਾ। ਮਹਾਰਾਜ ਕਹਿੰਦੇ ਤਾਂ ਤੈਨੂੰ ਵੀ ਦੇਊਗਾ, ਤੈਨੂੰ ਤਾਂ ਕੰਮ ਕਰਦਾ ਹੱਥਾਂ ਵਿੱਚ, ਇੰਨਾ ਰਿਜ਼ਕ ਦਿੱਤਾ ਤੈਨੂੰ, ਤੇਰੇ ਪਾਸ ਹੀ ਇੰਨਾ ਕੁਛ ਪਿਆ।
ਉਹ ਕੀੜਿਆਂ ਮਕੌੜਿਆਂ ਦੀਆਂ ਕਿਹੜਾ ਫੈਕਟਰੀਆਂ ਲੱਗੀਆਂ, ਰੋਜ਼ ਹੀ ਉਹਨਾਂ ਨੂੰ ਦੇ ਦਿੰਦਾ। ਪੱਥਰ ਵਿੱਚ ਹੈ ਕਹਿੰਦੇ ਦੇਖੋ। ਇਸ ਕਰਕੇ ਤੁਸੀਂ ਸਾਰਿਆਂ ਨੂੰ ਰੋਜ਼ੀ ਦਿੰਦੇ ਹੋ, ਰਿਜ਼ਕ ਦਿੰਦੇ ਹੋ। ਰਹੀਮ ਰਿਹਾਕਾ, ਤੁਸੀਂ ਰਹਿਮ ਕਰਕੇ ਰਿਜ਼ਕ ਦਿੰਦੇ ਹੋ, ਰਹਿਮ ਕਰਨ ਵਾਲੇ ਹੋ, ਹਰੇਕ ਤੇ ਰਹਿਮ ਕਰਦੇ ਹੋ। ਰਿਹਾਕਾ ਹੁੰਦਾ ਮੁਕਤੀ ਦੇਣ ਵਾਲੇ ਹੋ, ਤੁਸੀਂ ਮੁਕਤੀ ਦੇ ਦਿੰਦੇ, ਸਾਰਿਆਂ ਨੂੰ ਮੁਕਤ ਕਰ ਦਿੰਦੇ। ਕਿਸੇ ਨੂੰ ਕਿਸੇ ਚੀਜ਼ ਤੋਂ ਮੁਕਤ ਕਰਦੇ ਹੋ, ਕਿਸੇ ਨੂੰ ਕਿਸੇ ਚੀਜ਼ ਤੋਂ ਮੁਕਤ ਕਰਦੇ, ਕਿਸੇ ਨੂੰ ਵਿਸ਼ੇ ਵਿਕਾਰਾਂ ਤੋਂ ਮੁਕਤ ਕਰ ਦਿੰਦੇ ਹੋ, ਕਿਸੇ ਨੂੰ ਨਿੰਦਿਆ ਤੋਂ ਮੁਕਤ ਕਰਤਾ, ਕਿਸੇ ਤੋਂ ਈਰਖਾ ਤੋਂ ਮੁਕਤ ਕਰਤਾ, ਕਿਸੇ ਨੂੰ ਬੁਰੇ ਵਿਚਾਰਾਂ ਤੋਂ ਮੁਕਤ ਕਰ ਦਿੱਤਾ। ਕਈ ਤਰ੍ਹਾਂ ਦੀ ਮੁਕਤੀ ਹੈ, ਉਹ ਸਭ ਤੁਸੀਂ ਦੇਣ ਵਾਲੇ ਹੋ, ਤੁਸੀਂ ਕਿਰਪਾ ਕਰਦੇ ਹੋ। ਕਿ ਪਾਕ ਬੇਐਬ ਹੈ, ਪਾਕ ਹੁੰਦਾ ਪਵਿੱਤਰ, ਤੁਸੀਂ ਬਹੁਤ ਪਵਿੱਤਰ ਹੋ, ਤੁਹਾਡੇ ਵਿੱਚ ਮੈਲ ਨਹੀਂ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਇ। ਪਾਕ ਪਵਿੱਤਰ ਹੋ, ਬੇਐਬ, ਤੁਹਾਨੂੰ ਕੋਈ ਐਬ ਨਹੀਂ। ਤੁਸੀਂ ਐਬ ਹੁੰਦਾ ਦੋਸ਼, ਤੁਸੀਂ ਦੋਸ਼ ਤੋਂ ਰਹਿਤ ਹੋ ਮਹਾਰਾਜ। ਕਿ ਗੈਬੁਲ ਗੈਬ ਹੈ, ਗੈਬੁਲ ਗੁਪਤ, ਗੈਬ ਗੁਪਤ, ਤੁਸੀਂ ਗੁਪਤ ਤੋਂ ਗੁਪਤ ਹੋ। ਤੁਸੀਂ ਰੋਜ਼ੀ ਦਿੰਦੇ ਹੋ ਤੇ ਪਰ ਆਪ ਗੁਪਤੀ ਦੇਈ ਜਾਂਦੇ, ਸਾਰਿਆਂ ਨੂੰ ਦੱਸਦੇ ਹੋ ਕਿ ਮੈਂ ਇਹਨੂੰ ਆਹ ਦਿੱਤਾ, ਇਹਨੂੰ ਇੰਨੀ ਮਾਇਆ ਦਿੱਤੀ, ਇਹਨੂੰ ਇੰਨੇ ਪਦਾਰਥ। ਕਿਸੇ ਨੂੰ ਦੱਸਦੇ ਗੁਪਤ ਹੋ ਨਾ। ਅਸੀਂ ਤਾਂ ਜੇ ਕਿਸੇ ਨੂੰ 4 ਰੁਪਈਏ ਦੇ ਦਈਏ ਦਾਨ ਕਰਨਾ ਹੋਵੇ ਤੇ ਅਸੀਂ ਮਨ ਵਿੱਚ ਇੱਛਾ ਹੁੰਦੀ ਕਿ ਪਤਾ ਲੱਗ ਜੇ ਸਾਰਿਆਂ ਨੂੰ। ਹੁਣ ਤਾਂ ਕਿਸੇ ਨੂੰ ਕੋਈ ਰਾਸ਼ਨ ਦਿੱਤਾ ਤਾਂ ਕਹਿੰਦੇ ਲਾਈਵ ਦੱਸੋ ਕਿ ਪਤਾ ਲੱਗ ਜੇ। ਇਹ ਇੱਕ ਦਾਨ ਕਰਦਾ ਤੇ ਪਰ ਗੁਪਤ ਤਾਂ ਕੋਈ ਰੱਬ ਦਾ ਪਿਆਰਾ ਹੀ ਰੱਖਦਾ ਹੈ। ਜਿਹੜਾ ਗੁਪਤ ਰੱਖਦਾ ਉਹ 'ਤੇ ਕਿਰਪਾ ਹੁੰਦੀ ਮਹਾਰਾਜ ਦੀ, ਕਿਉਂਕਿ ਰੱਬ ਦਾ ਸੁਭਾਅ ਹੈ ਜਦ ਗੁਪਤ ਦੇਣਾ ਹੈ, ਰੋਜ਼ੀ ਦੇਣੀ ਹੈ, ਰਹਿਮ ਕਰਕੇ ਦੇਣੀ ਹੈ। ਤੁਸੀਂ ਗੁਪਤ ਤੋਂ ਵੀ ਗੁਪਤ ਹੋ ਮਹਾਰਾਜ। ਕਿ ਅਫਵੁੱਲ ਗੁਨਾਹ ਹੈ, ਕਿ ਅਫਵੁੱਲ ਗੁਨਾਹ ਹੈ। ਅਫਵੁੱਲ ਫਾਰਸੀ 'ਚ ਕਹਿੰਦੇ ਬਖਸ਼ਣਹਾਰ ਨੂੰ। ਤੁਸੀਂ ਸਾਡੇ ਗੁਨਾਹ ਬਖਸ਼ਣ ਵਾਲੇ ਹੋ, ਬਖਸ਼ਣਹਾਰ ਹੋ। ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ, ਕਰ ਕਿਰਪਾ ਹਰ ਕਿਰਪਾ ਕਰਕੇ ਬਖਸ਼ ਲਏ ਹੋ ਪਾਪੀ ਵੱਡ ਗੁਨਾਹਗਾਰ। ਤੁਸੀਂ ਤਾਂ ਬਖਸ਼ਣ ਵਾਲੇ ਹੋ, ਗੁਨਾਹ ਬਖਸ਼ਦੇ ਹੋ। ਜਿਵੇਂ ਕੋਈ ਮਹਾਤਮਾ ਕਹਿੰਦੇ ਜੰਗਲ ਵਿੱਚ ਇੱਕ ਪੱਥਰ ਦੀ ਸੜਕ ਉੱਤੇ ਬੈਠ ਕੇ ਭਜਨ ਕਰਦਾ ਰਿਹਾ, ਭਜਨ ਕਰਦਾ ਰਿਹਾ। 12 ਸਾਲ ਭਜਨ ਕੀਤਾ। 12 ਸਾਲ ਬਾਅਦ ਉੱਪਰੋਂ ਆਵਾਜ਼ ਆਈ ਗੁਪਤ ਕਿ ਮਹਾਤਮਾ ਜੀ ਤੁਸੀਂ ਬੰਦਗੀ ਤੁਹਾਡੀ ਪ੍ਰਵਾਨ ਹੋਈ, ਤੁਸੀਂ ਮੰਗ ਲਓ ਕੁਛ, ਕੀ ਚਾਹੀਦਾ। ਮਹਾਤਮਾ ਦੀਆਂ ਵਿਵਸਥਾਵਾਂ ਵੱਖਰੀਆਂ ਵੱਖਰੀਆਂ ਹੁੰਦੀਆਂ। ਜਿੰਨੀ ਕੁ ਦਾਤ ਕਿਸੇ ਨੂੰ ਰੱਬ ਦਿੰਦਾ ਖੁਸ਼ ਹੋ ਕੇ, ਉੱਦਾਂ ਦਾ ਹੀ ਉਹ ਸੁਭਾਅ ਹੁੰਦਾ, ਉੱਦਾਂ ਦੀ ਮੰਗ ਹੁੰਦੀ ਉਹਦੀ। ਕੋਈ ਪੈਸਾ ਮੰਗਦਾ ਹੈ, ਪਦਾਰਥ ਮੰਗਦਾ ਹੈ, ਕੋਈ ਗਿਆਨ ਮੰਗਦਾ ਹੈ, ਕੋਈ ਬ੍ਰਹਮ ਗਿਆਨ ਮੰਗਦਾ ਹੈ, ਕੋਈ ਪਰਮੇਸ਼ਰ ਨੂੰ ਹੀ ਮੰਗਦਾ। ਬਹੁਤ ਕਰਕੇ ਅਸੀਂ ਜਿਵੇਂ ਅੱਗੇ ਵਿਚਾਰ ਕੀਤੀ, ਅਸੀਂ ਛਾਂ ਮੰਗਦੇ ਹਾਂ। ਬਾਬਾ ਨੰਦ ਸਿੰਘ ਜੀ ਕਹਿੰਦੇ ਛਾਂ ਨਾ ਮੰਗੋ, ਦਰਖਤ ਮੰਗੋ। ਜਦ ਦਰਖਤ ਮਿਲ ਗਿਆ ਤੇ ਛਾਂ ਨਾਲ ਹੀ ਆਉਣੀ ਉਹਦੇ। ਬਾਬਾ ਜੀ ਕਹਿੰਦੇ ਮਾਇਆ ਨਾ ਮੰਗੋ, ਮਾਇਆ ਮੰਗੋ, ਉਹਦੀ ਕਿਰਪਾ ਮੰਗੋ, ਪਰਮੇਸ਼ਰ ਨੂੰ ਮੰਗੋ। ਜੇ ਪਰਮੇਸ਼ਰ ਆ ਗਏ ਮਾਇਆ ਨਾਲ ਹੀ ਆ ਜਾਣੀ, ਪਦਾਰਥ ਉਹਨਾਂ ਦੇ ਨਾਲ ਹੀ ਆ ਜਾਣੇ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਨੇ ਜਿਹੜੇ ਉਹ ਗੁਨਾਹ ਬਖਸ਼ਣ ਵਾਲੇ ਨੇ, ਉਹਨੂੰ ਪੁੱਛਿਆ ਕਿ ਮਹਾਤਮਾ ਮੰਗੋ। ਕਹਿੰਦੇ ਮੈਂ ਬੰਦਗੀ ਕੀਤੀ 12 ਸਾਲ, ਜੋ ਮੇਰਾ ਹਿਸਾਬ ਕਿਤਾਬ ਬਣਦਾ ਕਰਕੇ ਮੈਨੂੰ ਦੇ ਦਿਓ। ਪਰਮਾਤਮਾ ਕਹਿਣ ਲੱਗੇ ਹਿਸਾਬ ਕਿਤਾਬ ਵਾਲੇ ਪੱਤਰੇ ਨਾ ਫੋੜ, ਉੱਦਾਂ ਹੀ ਕੁਛ ਬਖਸ਼ਿਸ਼ ਮੰਗ ਲਾ। ਪਰਮਾਤਮਾ ਕਹਿੰਦਾ ਨਹੀਂ, ਮੈਂ ਹੁਣ 12 ਸਾਲ ਬੈਠਾ, ਜੋ ਮੈਂ ਕਿੰਨੀ ਬੰਦਗੀ ਕੀਤੀ ਉਹਦਾ ਫਲ ਮੈਨੂੰ ਦੇ ਦਿਓ ਜੋ ਬਣਦਾ। ਇਹਨਾਂ ਨੂੰ ਕਹਿੰਦੇ ਸਿਲ ਬੋਲੀ
ਕਹਿੰਦੇ ਜੀ ਜੇ ਇਹਨੂੰ ਦੇਣ ਲੱਗੇ ਮੇਰਾ ਵੀ ਹਿਸਾਬ ਕਰ ਦਿਓ। ਉਹ ਕਹਿੰਦੇ ਤੁਸੀਂ ਦੱਸੋ। ਕਹਿੰਦੇ ਮੇਰੇ ਉੱਪਰ 12 ਸਾਲ ਬਹਿ ਕੇ ਇਹਨੇ ਤਪ ਕੀਤਾ ਹੈ, ਮੇਰੇ ਉੱਪਰ 12 ਸਾਲ ਬੈਠਾ ਰਿਹਾ, ਮੇਰਾ ਵੀ ਲੇਖਾ ਕਰਾ ਦਿਓ। ਹੁਣ ਮੇਰਾ ਵੀ ਜੇ ਹਿਸਾਬ ਕਿਤਾਬ 'ਚ ਹੀ ਪੈ ਗਿਆ ਤਾਂ ਮੇਰਾ ਵੀ ਨਾਲ ਹੀ ਹਿਸਾਬ ਹੋ ਜੇ। 12 ਸਾਲ ਮੈਂ ਹੁਣ ਇਹਦੇ ਉੱਤੇ ਬਹਿਣਾ। ਫਿਰ ਪੂਰਾ ਇੰਨਾ ਪਤਾ ਲੱਗਾ, ਉਹ ਜਦੇ ਹੀ ਹੱਥ ਬੰਨ੍ਹ ਲਏ ਨਿਰੰਕਾਰ ਅੱਗੇ, ਪ੍ਰਮਾਤਮਾ ਅੱਗੇ, ਮਹਾਰਾਜ ਨਹੀਂ ਮੈਂ ਹਿਸਾਬ ਕਿਤਾਬ ਨਹੀਂ, ਮੇਰੇ ਤੇ ਕਿਰਪਾ ਕਰੋ, ਦਇਆ ਕਰੋ, ਮਹਾਰਾਜ ਬਖਸ਼ਿਸ਼ ਕਰੋ। ਜੇ ਹੁਣ ਅਸੀਂ ਦੇਖੋ, ਅਸੀਂ ਕਿਤੇ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਨਿਤਨੇਮ ਥੋੜ੍ਹਾ ਹੀ ਕਰਦੇ ਹਾਂ, ਕਰ ਲਿਆ। ਸਾਡੀ ਇੱਛਾ ਹੈ ਮਨ 'ਚ ਵੀ ਅਸੀਂ ਇੰਨਾ ਪਾਠ ਕਰਦੇ, ਇੰਨੀਆਂ ਬਾਣੀਆਂ ਦਾ ਜਾਪ ਕਰਦੇ ਹਾਂ, ਕਿਰਪਾ ਹੋਵੇ। ਠੀਕ ਹੈ, ਜਾਪ ਤਾਂ ਤੂੰ ਕਰਦਾ, ਤੂੰ ਘੰਟਾ ਅੱਧਾ ਘੰਟਾ ਬੈਠਾ ਹੈ, ਤੈਨੂੰ 24 ਘੰਟੇ ਸਵਾਸ ਦਿੱਤੇ ਆ ਪ੍ਰਮਾਤਮਾ ਨੇ, ਆਕਸੀਜਨ ਦੇ ਰਿਹਾ ਹੈ, ਪਾਣੀ ਦਾ ਕੋਈ ਮੁੱਲ ਨਹੀਂ, ਉਹ ਛਕ ਰਿਹਾ ਹੈ, ਧਰਤੀ ਉੱਪਰ ਰਹਿ ਰਿਹਾ, ਤੈਨੂੰ ਕਿੰਨੇ ਸੁੰਦਰ ਮਕਾਨ ਦਿੱਤੇ ਹੈ, ਕਿੰਨਾ ਵਧੀਆ ਗੱਡੀ ਦਿੱਤੀ ਹੈ ਰਹਿਣ ਵਾਸਤੇ, ਤੇਰੇ ਮੈਂਬਰ ਸੇਵਾ ਕਰਨ ਵਾਲੇ ਤੈਨੂੰ ਦਿੱਤੇ ਨੇ, ਬੱਚੇ ਦਿੱਤੇ ਨੇ, ਔਰ ਕਿੰਨੀ ਮਾਇਆ ਦਿੱਤੀ ਹੈ, ਕਿੰਨਾ ਸੁੱਖ ਦਿੱਤਾ ਹੈ। ਉਹਦਾ ਤੂੰ ਹਿਸਾਬ ਨਹੀਂ ਕੀਤਾ ਕਦੇ ਕਿ ਪ੍ਰਮਾਤਮਾ ਨੇ ਮੈਨੂੰ ਕਿੰਨਾ ਕੁਛ ਦਿੱਤਾ ਹੈ। ਉਹਦਾ ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ, ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਸਰੀਰ ਦਿੱਤਾ, ਇਹਦੇ ਵਿੱਚ ਆਤਮਾ ਰੱਖੀ ਹੈ, ਜੀ ਰੱਖਿਆ ਹੈ, ਪਹਿਨਣ ਨੂੰ ਦਿੰਦਾ ਹੈ, ਖਾਣ ਨੂੰ ਦਿੰਦਾ ਹੈ। ਇਹ ਗੱਲ ਨੂੰ ਮੁੱਖ ਰੱਖ ਕੇ ਤਾਂ ਮਹਾਰਾਜ ਨੇ ਕਿਹਾ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ, ਹੱਥ ਦੇ ਰਾਖਿਆ ਕਰ ਆਪਣੇ ਸਦਾ ਸੰਦਾ ਰੰਗਵਾਨ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਮਹਾਰਾਜ ਸਾਡੇ ਕਰਮਾਂ ਦਾ ਹਿਸਾਬ ਨਾ ਕਰਿਓ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ, ਆਪਣਾ ਬੱਚਾ ਜਾਣ ਕੇ, ਆਪਣਾ ਸੇਵਕ ਜਾਣ ਕੇ, ਆਪਣਾ ਸਿੱਖ ਜਾਣ ਕੇ ਬਿਰਦ ਦੀ ਪਾਲਣਾ ਕਰਦਿਆਂ ਮਿਹਰ ਕਰੋ ਮਹਾਰਾਜ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ, ਹੱਥ ਦੀ ਰਾਖਿਆ ਕਰ ਆਪਣੇ ਸਦਾ ਸੰਦਾ ਰੰਗਵਾਨ। ਆਪਣੇ ਨੂੰ, ਆਪਣੇ ਬੱਚੇ ਨੂੰ, ਸੇਵਕ ਨੂੰ ਹੱਥ ਦੇਖ ਕੇ ਰੱਖੋਗੇ ਤੇ ਕਿਰਪਾ ਕਰਿਓ ਅਸੀਂ ਆਪ ਜੀ ਦੇ ਨਾਮ ਨੂੰ ਜਪੀਏ, ਆਪ ਦੇ ਗੁਣ ਗਾਈਏ, ਰੰਗ ਨੂੰ ਮਾਨਣਾ ਕਰੀਏ, ਪਿਆਰ ਨੂੰ ਮਾਣੀਏ। ਅਸੀਂ ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰਾ, ਹੋਈ ਸਰਬ ਕਲਿਆਣ। ਉਹ ਤਾਂ ਮਿਹਰਬਾਨ ਹੈ, ਕਿਰਪਾ ਕਰਨ ਵਾਲਾ ਹੈ, ਬਖਸ਼ਣ ਵਾਲਾ ਹੈ। ਉਹਦੇ ਕਹਿੰਦਾ ਜੀ ਮੈਨੂੰ ਬਸ ਕਿਰਪਾ ਕਰੋ ਮੇਰੇ ਤੇ, ਬਖਸ਼ਿਸ਼ ਕਰ ਦਿਓ ਮੇਰੇ ਤੇ। ਅਸੀਂ ਮੈਂ ਬੇਨਤੀ ਸ਼ੁਰੂ ਹੋਈ ਸੀ ਕਿ ਅਸੀਂ ਜੇ ਜਪਜੀ ਸਾਹਿਬ ਦਾ ਪਾਠ ਕਰ ਲਈਏ, 3800 ਸਾਡੀ ਲਿਸਟ ਬਣੀ, ਆਸਾਂ ਵੀ ਚਾਹੀਦਾ ਹੀ ਚਾਹੀਦਾ, ਜਾਂ ਜੇ 4 ਦਿਨ ਮਹਾਰਾਜ ਦੇਖਣ ਲੱਗੇ ਵੀ ਦੇਖੀਏ ਕੀ ਕਰਦਾ ਹੈ, ਦੇਖ ਲੈਂਦੇ। ਫਿਰ ਘਬਰਾ ਜਾਂਦਾ, ਮੈਂ ਇੰਨਾ ਪਾਠ ਕਰਦਾ, ਗੁਰਦੁਆਰੇ ਵੀ ਜਾਂਦਾ, ਸੇਵਾ ਵੀ ਕਰਦਾ, ਆਹ ਤਾਂ ਕੰਮ ਨਹੀਂ ਹੋਇਆ। ਮਹਾਰਾਜ ਦੇਖ ਲੈਂਦੇ, ਉਹ ਦੇਖਦੇ ਹੁੰਦੇ ਆ ਤਾਂ ਉਹਨਾਂ ਦੇਣਾ ਸਾਰਾ ਕੁਛ। ਕਿ ਅਪੁੱਲ ਗੁਨਾਹ ਹੈ ਤੂੰ ਸਾਡੇ ਗੁਨਾਹ ਬਖਸ਼ਣ ਵਾਲਾ ਹੈ, ਸਭ ਦੇ ਗੁਨਾਹ ਬਖਸ਼ਣ ਵਾਲਾ ਹੈ ਮਹਾਰਾਜ। ਕਿ ਸ਼ਾਹਾਨ ਸ਼ਾਹ ਹੈ, ਤੁਸੀਂ ਤਾਂ ਪਾਤਸ਼ਾਹਾਂ ਦੇ ਪਾਤਸ਼ਾਹ ਹੋ, ਵੱਡੇ ਸ਼ਾਹਾਂ ਦੇ ਸ਼ਾਹ ਹੋ ਵੱਡੇ ਤੁਸੀਂ। ਕਿ ਕਾਰਨ ਕੁਨਿੰਦ ਹੈ, ਤੁਸੀਂ ਕਾਰਨਾਂ ਦੇ ਕੁਨਿੰਦ ਹੁੰਦਾ ਕਰਤਾ, ਕਰਨ ਵਾਲਾ। ਤੁਸੀਂ ਸਭ ਕਾਰਨਾਂ ਦੇ ਕਰਨ ਵਾਲੇ ਹੋ ਮਹਾਰਾਜ। ਜੋ ਕੁਛ ਕਰਵਾ ਰਹੇ ਹੋ ਜੀਵ ਤੋਂ, ਸਭ ਕੁਛ ਤੁਸੀਂ ਹੀ ਤਾਂ ਕਰਵਾ ਰਹੇ ਅੰਦਰ ਬੈਠੇ। ਕਿ ਰੋਜ਼ੀ ਦਿਹੰਦ ਹੈ, ਤੁਸੀਂ ਸਾਰਿਆਂ ਨੂੰ ਰੋਜ਼ੀ ਦੇਣ ਵਾਲੇ ਹੋ। ਜਦੋਂ ਪਾਠ ਕਰਨਾ, ਰੋਜ਼ੀ ਜੱਜੇ ਦੇ ਪੈਰ ਬਿੰਦੀ ਲਾ ਕੇ ਉਚਾਰਨ ਹੋਣਾ, ਰੋਜ਼ੀ ਦਿਹੰਦ ਹੈ, ਤੁਸੀਂ ਸਾਰਿਆਂ ਨੂੰ ਰੋਜ਼ੀ ਦੇਣ ਵਾਲੇ ਹੋ ਮਹਾਰਾਜ। ਕਿ ਰਾਜ਼ਕ ਰਹੀਮ ਹੈ, ਇਹ ਸਾਰਿਆਂ ਦੇ ਜੱਜੇ ਦੇ ਪੈਰ ਵਿੱਚ ਬਿੰਦੀ ਆਉਂਦੀ ਹੈ, ਤਾਂ ਰਾਜ਼ਕ ਰਹੀਮ ਹੈ, ਤੁਸੀਂ ਰੋਜ਼ੀ ਦਾਤਾ ਹੋ। ਅਤੇ ਰਹੀਮ ਹੁੰਦਾ ਦਿਆਲੂ, ਦਇਆ ਕਰਕੇ ਤੁਸੀਂ ਰੋਜ਼ੀ ਦਿੰਦੇ ਹੋ ਜੀਵਾਂ ਨੂੰ। ਇਹ ਬੱਚਾ ਮੇਰਾ ਭੁੱਖਾ ਨਾ ਰਹਿ ਜਾਏ, ਨਹੀਂ ਕਰਮ ਸਾਡੇ ਤਾਂ ਹੈ ਨਹੀਂ ਰੋਜ਼ੀ ਵਾਲੇ, ਰੋਟੀ ਵਾਲੇ। ਅਸੀਂ ਤਾਂ ਸਾਰਾ ਦਿਨ ਨਿੰਦਿਆ, ਈਰਖਾ, ਵਕੀਲੀ, ਮਨ ਮਰਜ਼ੀ ਕਰਦੇ ਹਾਂ। ਜੇ ਅਸੀਂ ਸੋਚੀਏ ਸਾਡੇ ਕਰਮ ਨਹੀਂ ਐਸੇ, ਸਾਨੂੰ ਤਾਂ ਬੁਰਕੀ ਨਾ ਦੇਵੇ ਕੋਈ ਜੇ ਸਾਡੇ ਕਰਮ ਦੇਖਣ ਲੱਗਦੇ ਹੋ।
पर वो रोजी दिंदा है, रहम करके रोजी दिंदा है, कृपा करके रोजी दिंदा है कि कर्म करीम है। कर्म करीम है, कर्म बख्शिशां, करीम हुंदा मेहरबान। तुसीं बख्शिशां करन वाले मेहरबान हो, मेहर करके कृपा करदे हो, बख्शिश करके साडे ते कृपा करदे हो। फिर कहण लगे कि सर्वं कली है, तुसीं सब शक्तियां वाले हो। तुसीं महाराज कला शक्तियां सारियां तुहाडियां हन, सब शक्तियां दे मालक तुसीं हो। कि सर्वं दली है, ਅਤੇ ਸਾਰਿਆਂ ਨੂੰ ਨਾਸ਼ ਕਰਨ ਵਾਲੇ ਵੀ ਤੁਸੀਂ, ਪੈਦਾ ਕਰਨ ਵਾਲੇ ਵੀ ਤੁਸੀਂ ਹੈ, ਨਾਸ਼ ਕਰਨ ਵਾਲੇ ਤੁਸੀਂ ਹੈ, ਕਿਰਪਾ ਕਰਨ ਵਾਲੇ ਤੁਸੀਂ ਹੈ। ਤੁਸੀਂ ਵੱਡੇ ਜੋ ਕਿ ਸਰਬੱਤਰ ਮਾਨਿਆ, ਤੁਸੀਂ ਸਭਨਾਂ ਵਿੱਚ ਮਾਨਨੀਕ ਹੋ, ਮਾਨਣ ਯੋਗ ਹੋ, ਮੰਨਦੇ ਸਾਰਿਆਂ ਨੂੰ, ਸਾਰੇ ਤੁਹਾਨੂੰ ਮੰਨਦੇ ਨੇ ਵਾਹਿਗੁਰੂ। ਕਿ ਸਰਬੱਤਰ ਦਾਨਿਆ, ਤੂੰ ਸਾਰਿਆਂ ਨੂੰ ਦਾਨ ਦੇਣ ਵਾਲਾ, ਕਿਰਪਾ ਕਰਨ ਵਾਲਾ, ਬਖਸ਼ਿਸ਼ਾਂ ਕਰਨ ਵਾਲਾ। ਦਾਨ ਕਿੱਦਾਂ? ਜਿਵੇਂ ਦਾਨ ਅਸੀਂ ਕਰਦਾ ਕੋਈ, ਉਹਦੀ ਇੱਛਾ ਨਹੀਂ ਹੁੰਦੀ ਦਾਨ ਕਰਤਾ ਕਿ ਇਹ ਤੋਂ ਮੈਥੋਂ ਲੈਣਾ, ਜੇ ਕਿਸੇ ਨੂੰ ਦਈਏ ਉਹ ਤੋਂ ਇੱਛਾ ਹੁੰਦੀ ਤਾਂ ਮੁੱਲ ਲਊ ਜਾਂ ਹੋਰ ਕੁਛ ਲਊ। ਦਾਨ ਪਰਉਪਕਾਰ 'ਚ ਹੁੰਦਾ, ਕੁਛ ਇੱਛਾ ਨਹੀਂ ਹੁੰਦੀ। ਮਗਰ ਤੁਸੀਂ ਦਾਨ ਸਾਰਿਆਂ ਨੂੰ ਦਾਨੀ, ਸਰਬ ਦਾਨ ਦੇਣ ਵਾਲੇ ਹੋ। ਕਿ ਸਰਬੱਤਰ ਗਮਨੈ, ਤੁਸੀਂ, ਤੁਹਾਡੀ ਹਰ ਥਾਂ ਪਹੁੰਚ ਹੈ। ਗਾਉਣ ਹੁੰਦੀ ਪਹੁੰਚਣਾ, ਹਰ ਜਗ੍ਹਾ ਪਹੁੰਚ ਹੈ ਤੁਸੀਂ, ਤੁਹਾਡੀ ਹਰੇਕ ਜੀਵ ਤੱਕ ਪਹੁੰਚ ਹੈ। 84 ਲੱਖ ਦੇ ਇੱਕ ਇੱਕ ਜੀਵ ਤੱਕ ਤੁਹਾਡੀ ਪਹੁੰਚ ਹੈ, ਵੱਡੇ ਹੋ। ਕਿ ਸਰਬੱਤਰ ਭਵਨੈ, ਸਰਬੱਤਰ ਹੁੰਦਾ ਕਿ ਸਾਰਾ, ਸਾਰੇ, ਤੁਸੀਂ ਸਾਰੇ ਭਵਨਾਂ ਵਿੱਚ ਮੌਜੂਦ ਹੋ ਮਹਾਰਾਜ, ਹਰੇਕ ਜਗ੍ਹਾ। ਕਿ ਸਰਬੱਤਰ ਦੇਸਾ, ਤੁਸੀਂ ਸਭ ਦੇਸ਼ਾਂ ਵਿੱਚ ਹੋ, ਹਰੇਕ ਦੇਸ਼ ਵਿੱਚ ਹੋ ਤੁਸੀਂ, ਹਰੇਕ ਸਮੇਂ ਵਿੱਚ ਹੋ ਤੁਸੀਂ। ਕਿ ਸਰਬੱਤਰ ਭੇਸਾ, ਤੁਸੀਂ ਸਭਨਾਂ ਭੇਖਾਂ ਵਿੱਚ ਹੋ, ਜਿਹੜਾ ਵੀ ਕੋਈ ਭੇਖ ਪਾਉਂਦਾ ਹਰੇਕ ਮਨੁੱਖ ਦੇ ਅੰਦਰ ਹੋ, ਹਰੇਕ ਭੇਖ ਵਾਲੇ ਮਨੁੱਖ ਦੇ ਅੰਦਰ ਹੋ, ਹਰੇਕ ਜੀਵ ਜੰਤੂ ਦੇ ਅੰਦਰ ਹੋ। ਕਿ ਸਰਬੱਤਰ ਰਾਜਾ, ਤੁਸੀਂ ਸਭਨਾਂ ਉੱਤੇ ਰਾਜ ਕਰਨ ਵਾਲੇ ਹੋ, ਤੁਹਾਡੇ ਹੁਕਮ ਦੇ ਅਧੀਨ ਹੈ ਸਾਰੇ। ਕਿ ਸਰਬੱਤਰ ਸਾਜਾ, ਤੁਸੀਂ ਸਭ ਨੂੰ ਸਾਜਣ ਵਾਲੇ ਹੋ, ਸਾਜਦੇ ਹੋ ਸਾਰਿਆਂ ਨੂੰ, ਸਾਨੂੰ ਸਾਰਿਆਂ ਨੂੰ ਪਰਮੇਸ਼ਰ ਨੇ ਸਾਜਣਾ ਕੀਤਾ। ਇਸ ਕਰਕੇ ਪ੍ਰਮਾਤਮਾ ਬਖਸ਼ਿਸ਼ ਕਰਦੇ ਨੇ, ਕਿਰਪਾ ਕਰਦੇ ਨੇ। ਕਿ ਸਰਬੱਤਰ ਦੀਨ, ਕਲਗੀਧਰ ਪਾਤਸ਼ਾਹ ਇੰਨੀ ਵਡਿਆਈ ਕਰਦਿਆਂ ਕਰਦਿਆਂ ਕਹਿਣ ਲੱਗੇ ਤੁਸੀਂ ਸਭ ਨੂੰ ਦਾਤਾਂ ਦੇ ਰਹੇ ਹੋ, ਸਾਰਾ ਕੁਝ ਦੇ ਰਹੇ ਸਾਰਿਆਂ ਨੂੰ। ਕਿ ਸਰਬੱਤਰ ਲੀਨ, ਤੁਸੀਂ ਸਾਰਿਆਂ ਵਿੱਚ ਹਰ ਜਗ੍ਹਾ ਲੀਨ ਹੋਏ ਹੋਏ ਹੋ, ਹਰ ਜਗ੍ਹਾ ਮੌਜੂਦ ਹੋ ਮਹਾਰਾਜ ਤੁਸੀਂ। ਕਿ ਸਰਬੱਤਰ ਜਾਹੋ, ਤੁਸੀਂ ਸਭ ਥਾਈਂ, ਤੁਹਾਡਾ ਜਲਾਲ ਹੈ ਮਹਾਰਾਜ, ਹਰੇਕ ਜਗ੍ਹਾ ਜਾਹੋ, ਜਾਣ ਵਾਲੇ ਹੋ, ਜਾਣਦੇ ਹੋ, ਹਰੇਕ ਜਗ੍ਹਾ ਤੁਸੀਂ ਮੌਜੂਦ ਹੋ। ਜਾਹੋ ਜਲਾਲ ਤੁਹਾਡਾ ਬਹੁਤ ਹੈ। ਕਿ ਸਰਬੱਤਰ ਪਹਾ ਹੋ, ਤੁਸੀਂ ਸਭ ਥਾਈਂ ਪ੍ਰਕਾਸ਼ਮਾਨ ਹੋ। ਇਹ ਪਾਠ ਜਿਹੜੇ ਸੰਪਰਦਾਈ ਪਾਠ ਦਾ ਉਚਾਰਨ ਹੈ। ਕਿ ਸਰਬੱਤਰ ਜਾ ਹੋ, ਕਿ ਸਰਬੱਤਰ ਪਾ। ਕੰਜਾਂ ਪੋਥੀਆਂ ਵਿੱਚ ਕਿ ਸਰਬੱਤਰ ਜਾ ਹੋ, ਕਿ ਸਰਬੱਤਰ ਪਾਹੋ ਪਾਠ ਵੀ ਆਇਆ, ਪਰ ਸੀਨੇ ਬਸ਼ੀਨੇ ਜੋ ਦਮਦਮੀ ਟਕਸਾਲ ਹੈ ਉਹ ਪੋਥੀਆਂ ਵਿੱਚ ਚੱਲ ਰਹੀ ਜਾ ਹੋ ਔਰ ਪਾਹ ਹੋ ਪਾਠ ਹੈ, ਸ਼ੁੱਧ ਹੀ ਇੱਦਾਂ ਹੀ ਕਰਨਾ ਹੈ ਪਾਠ। ਤੁਸੀਂ ਸਭ ਥਾਈਂ ਤੁਹਾਡਾ ਜਲਾਲ ਹੈ ਅਤੇ ਹਰ ਥਾਈਂ ਹਰੇਕ ਜਗ੍ਹਾ ਹੀ ਤੁਸੀਂ ਪ੍ਰਕਾਸ਼ਮਾਨ ਹੋ। ਸੋ ਅੱਜ ਦੀ ਸੇਵਾ ਸੰਗਤ ਨੇ ਕਿਰਪਾ ਕਰਕੇ ਇੰਨੀ ਪ੍ਰਵਾਨ ਕਰਨੀ ਹੈ। 113 ਪੌੜੀਆਂ ਤੱਕ ਆਪਾਂ ਨੇ ਸਤਿਗੁਰੂ ਦੀ ਮਿਹਰ ਨਾਲ ਵਿਚਾਰ ਕੀਤੀ ਹੈ। ਸਾਰੇ ਅਸੀਂ ਭਾਗਾਂ ਵਾਲੇ ਹਾਂ ਜੋ ਸਾਨੂੰ ਬਾਣੀ ਦੀ ਵਿਚਾਰ ਕਰਨ ਔਰ ਸ਼ਰਵਣ ਕਰਨ ਦਾ ਬਹੁਤ ਮਹਾਨ ਮੌਕਾ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਬਖਸ਼ਿਸ਼ ਕੀਤਾ ਹੈ। ਮਹਾਰਾਜ ਕਹਿੰਦੇ ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। 9 ਪ੍ਰਕਾਰ ਦੀ ਭਗਤੀ ਹੈ। ਸ਼ਰਵਣ ਭਗਤੀ ਇੱਕ,
ਨੌਂ ਵਿੱਚੋਂ ਹੀ ਸ੍ਰੇਸ਼ਟ ਹੈ। ਸੁਣਨ ਨਾਲ ਬਹੁਤ ਕਿਰਪਾ ਹੁੰਦੀ ਹੈ। ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਣਤ ਦਰ ਦੁੱਖ ਲੱਥਾ। ਪਰ ਕਥਾ ਹੈ ਜਿਹੜੀ ਮਹਾਰਾਜ ਕਹਿੰਦੇ ਸਾਰਿਆਂ ਨੂੰ ਸ੍ਰੇਸ਼ਟ ਹੈ, ਇਹ ਸੁਣਨੀ ਚਾਹੀਦੀ ਹੈ ਬਾਣੀ ਦੀ ਵਿਚਾਰ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।